तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਹੇ ਪ੍ਰਾਨ ਨਾਥ ਗੋਬਿੰਦੇ ਕਿਰਪਾ ਨਿਧਾਨ ਜਗਦ ਗੁਰੂ। हे संसार ताप हरने करुणा मैं सब दुख हरो। हे शरण जोग दयाले दीनानाथ मया करो। शरीर स्वस्थ खीन समय सिमरंत नानक राम दामोदर माधवे। बेशुमार अथाह अगंत अतोले ज्यों बुलावो त्यों नानक दास बोले। परम सन्मानयोग जुगो जुग अटल तख्त चवर छत्र दे मालिक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर नौवें गुरुदेव पातशाह धन सतगुरु गुरु तेग बहादुर महाराज पातशाह जी दे पावन जीवन दी विचार गुर इतिहास आप देश ਅਤੇ ਵਿਦੇਸ਼ ਵਿੱਚ ਸੰਗਤ ਘਰਾਂ ਵਿੱਚ ਜੁੜ ਕਰਕੇ ਟੀਵੀ ਦੇ ਮਾਧਿਅਮ ਰਾਹੀਂ ਆਪ ਜੀ ਸਰਵਨ ਕਰ ਰਹੇ ਹੋ। ਗੁਰ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਨ ਤੋਂ ਪਹਿਲਾਂ ਆਓ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਮਨ ਬਿਰਤੀਆਂ ਕਰੋ ਇਕਾਗਰ, ਅਦਬ ਪਿਆਰ ਸਤਿਕਾਰ ਦੇ ਨਾਲ ਸਤਿਗੁਰ ਮਹਾਰਾਜ ਜੀ ਦੀ ਆਸੀਸ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਕਮ ਦੇ ਨਾਲ ਮਹਾਰਾਜ ਜੀ ਨੇ ਬਕਾਲੇ ਦੀ ਧਰਤੀ 'ਤੇ ਆ ਟਿਕਾਣਾ ਕੀਤਾ। 26 ਸਾਲ 9 ਮਹੀਨੇ ਅਤੇ 13 ਦਿਨ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਬੰਦਗੀ ਕੀਤੀ, ਪਰਮਾਤਮਾ ਦੀ ਆਰਾਧਨਾ ਕੀਤੀ। ਇੱਥੇ ਭਗਤੀ ਅਤੇ ਸ਼ਕਤੀ ਦਾ ਸੰਕਲਪ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਉਹਨਾਂ ਨੇ ਧਾਰਿਆ। ਦੂਸਰੇ ਪਾਸੇ 8ਵੇਂ ਗੁਰੂਦੇਵ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ 1661 ਈਸਵੀ ਦੇ ਅੰਦਰ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਰਾਜਾ ਜੈ ਸਿੰਘ ਜੀ ਨੇ ਬੇਨਤੀ ਕੀਤੀ, ਮਹਾਰਾਜ ਪਾਤਸ਼ਾਹ ਜੀ ਆਪ ਕਿਰਪਾ ਕਰੋ, ਦਿੱਲੀ ਦੇ ਵਿੱਚ ਆਪ ਜੀ ਦੇ ਸੰਗਤ ਦਰਸ਼ਨ ਕਰਨਾ ਚਾਹੁੰਦੀ ਹੈ। ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਚੱਲੇ। ਸਤਿਗੁਰੂ ਮਹਾਰਾਜ ਜੀ ਨੂੰ ਬਾਲਕ ਜਾਣਦਿਆਂ ਮਹਾਰਾਜ ਜੀ ਦੀਆਂ ਜਾਂ ਇਸ ਤਰ੍ਹਾਂ ਕਹਿ ਲਓ ਕਿ ਕੀਰਤਪੁਰ ਸਾਹਿਬ ਜੀ ਤੋਂ ਲੈ ਕਰਕੇ
ਦਿੱਲੀ ਤੱਕ ਸਤਿਗੁਰੂ ਮਹਾਰਾਜ ਜੀ ਦੀਆਂ ਅਨੇਕਾਂ ਜਿਹੜੀਆਂ ਸੀ ਉਹ ਪ੍ਰੀਖਿਆ ਲਈਆਂ ਗਈਆਂ। ਗੁਰੂ ਹਰਕ੍ਰਿਸ਼ਨ ਮਹਾਰਾਜ ਪਾਲਕੀ ਦੇ ਵਿੱਚ ਬਿਰਾਜਮਾਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਕੋੜੀ ਬਿਠਾ ਦਿੱਤਾ ਗਿਆ ਪਾਲਕੀ ਦੇ। ਕਿਹਾ ਕਿ ਜੇਕਰ ਸੱਚੀ ਮੁੱਚੀ ਤੁਸੀਂ ਗੁਰੂ ਹੋ ਤੇ ਤੁਹਾਡੇ ਅੰਦਰ ਗੁਰੂ ਦੀ ਜੋਤ ਵਰਤਦੀ ਪਈ ਹੈ, ਫਿਰ ਤੁਸੀਂ ਇਸ ਕੋੜੀ ਨੂੰ ਕਿਉਂ ਨਹੀਂ ਠੀਕ ਕਰ ਦਿੰਦੇ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਆਪਣਾ ਰੁਮਾਲ ਦਿੱਤਾ। ਸਤਿਗੁਰੂ ਮਹਾਰਾਜ ਜੀ ਦਾ ਰੁਮਾਲ ਉਸ ਕੋੜੀ ਦੇ ਸਰੀਰ ਤੇ ਫੇਰਿਆ, ਉਹ ਅਰੋਗ ਹੋਇਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਅੰਬਾਲੇ ਦੀ ਧਰਤੀ ਤੇ ਜਾਂਦੇ ਨੇ ਤੇ ਉਸ ਧਰਤੀ ਦੇ ਉੱਤੇ ਪੰਜੋਖਰਾ ਸਾਹਿਬ ਦਾ ਜਿਹੜਾ ਅਸਥਾਨ ਹੈ, ਹੰਕਾਰੀ ਪੰਡਤ ਆ ਕੇ ਕਹਿੰਦਾ ਹੈ ਕਿ ਤੁਸੀਂ ਆਪਣਾ ਨਾਮ ਹਰਕ੍ਰਿਸ਼ਨ ਰੱਖ ਲਿਆ। ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ, ਕੀ ਤੁਸੀਂ ਉਸ ਗੀਤਾ ਦੇ ਅਰਥ ਕਰ ਸਕਦੇ ਹੋ। ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਬਾਲਕ ਜਾਣ ਕੇ ਤੇ ਇਵੇਂ ਦੇ ਉਹਨੇ ਅੱਗੇ ਸ਼ਰਤ ਰੱਖੀ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਕਿ ਦੇਖੋ ਪੰਡਤ ਜੀ, ਤੁਹਾਡੇ ਮਨ ਦੇ ਵਿੱਚ ਅਰਥ ਸੁਣ ਕੇ ਫਿਰ ਇਹ ਵੀ ਆ ਜਾਏਗਾ ਕਿ ਹੋ ਸਕਦਾ ਹੈ ਕਿ ਇਹਨਾਂ ਨੇ ਅਰਥ ਪੜ੍ਹੇ ਹੋਣ, ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਸੀਂ ਆਪਣੀ ਮਰਜ਼ੀ ਦਾ ਜਿਹਨੂੰ ਤੁਸੀਂ ਲਿਆਉਣਾ ਚਾਹੁੰਦੇ ਹੋ ਉਹਨੂੰ ਲੈ ਕਰਕੇ ਆਓ, ਅਸੀਂ ਉਹਦੇ ਤੋਂ ਬਾਣੀ ਦੇ ਅਰਥ ਕਰਾ ਦਿੰਦੇ ਹਾਂ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਉੱਤਰ ਸੁਣ ਕਰਕੇ ਲਾਲ ਚੰਦ ਜਿਹੜਾ ਸੀ, ਨਗਰ ਦੇ ਵਿੱਚੋਂ ਇੱਕ ਝੀਵਰ ਜਾਤੀ ਦਾ ਛੱਜੂ ਜਿਹੜਾ ਸੀ, ਜਿਹਨੂੰ ਨਾ ਤੇ ਚੰਗੀ ਤਰ੍ਹਾਂ ਬੋਲਣਾ ਆਉਂਦਾ ਸੀ ਤੇ ਨਾ ਉਹ ਚੰਗੀ ਤਰ੍ਹਾਂ ਸੁਣ ਸਕਦਾ ਸੀ, ਬਿਲਕੁਲ ਇਵੇਂ ਕਹਿ ਸਕਦੇ ਹਾਂ ਕਿ ਕਮਲੇ ਰਮਲੇ ਬੰਦੇ ਨੂੰ ਲਿਆ ਕਰਕੇ ਮਹਾਰਾਜ ਜੀ ਦੇ ਸਾਹਮਣੇ ਬਿਠਾ ਕੇ ਆਖਦਾ ਹੈ, ਕਹਿੰਦਾ ਇਸ ਛੱਜੂ ਦੇ ਕੋਲੋਂ ਤੁਸੀਂ ਬਾਣੀ ਗੀਤਾ ਦੇ ਅਰਥ ਕਰਕੇ ਸੁਣਾਓ। ਸਤਿਗੁਰੂ ਮਹਾਰਾਜ ਜੀ ਮੁਸਕਰਾਏ। ਹੁਣ ਕੌਣ ਜਾਣਦਾ ਸੀ ਕਿ ਇਹ ਬਾਲਕ ਨਹੀਂ, ਇਹਨਾਂ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਵਰਤਦੀ ਪਈ ਹੈ। ਗੁਰੂ ਨਾਨਕ ਦੀ ਜੋਤ ਅੱਜ ਵੀ ਕਿਰਪਾ ਜਿੰਦੇ ਤੇ ਕਰੇ, ਕਮਲਿਆਂ ਰਮਲਿਆਂ ਨੂੰ, ਬੋਲਿਆਂ ਨੂੰ, ਗੂੰਗਿਆਂ ਨੂੰ ਬੁਲਾ ਸਕਦੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਆਪ ਸੰਗਤ ਜਾਣਦੇ ਹੋ ਕਿ ਉੱਥੇ ਕਿਰਪਾ ਵਰਤਦੀ ਹੈ। ਜਿਨ੍ਹਾਂ ਨੂੰ ਅੱਖਾਂ ਤੋਂ ਕਈ ਸਮਾਂ ਹੋਇਆ ਦਿਸਦਾ ਨਹੀਂ, ਉਹਨਾਂ ਦੇ ਨੇਤਰ ਜਿਹੜੇ ਨੇ ਉਹਨਾਂ ਵਿੱਚ ਫਿਰ ਜੋਤ ਆਈ। ਜਿਨ੍ਹਾਂ ਨੇ ਕਦੀ ਇਹ ਵੀ ਨਹੀਂ ਸੋਚਿਆ ਹੋਣਾ ਕਿ ਅਸੀਂ ਤੁਰ ਸਕਦੇ ਹਾਂ, ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਦੇ ਘਰ ਦੀ ਇਹ ਕਿਰਪਾ ਹੈ ਕਿ ਮਹਾਰਾਜ ਨੇ ਉਹਨਾਂ ਨੂੰ ਪੈਰਾਂ ਦੇ ਉੱਤੇ ਫਿਰ ਤੋਂ ਖੜਾ ਕਰ ਦਿੱਤਾ। ਗੁਰੂ ਹਰਕ੍ਰਿਸ਼ਨ ਮਹਾਰਾਜ ਜਿਨ੍ਹਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਹੈ, ਸਤਿਗੁਰੂ ਮਹਾਰਾਜ ਜੀ ਨੇ ਆਪਣੀ ਛੜੀ ਜਿਹੜੀ ਸੀ ਉਹ ਛੱਜੂ ਝੀਵਰ ਦੇ ਸੀਸ ਦੇ ਉੱਤੇ ਰੱਖੀ। ਮਹਾਰਾਜ ਜੀ ਨੇ ਜੋ ਅਰਥ ਉਸ ਵੇਲੇ ਗੀਤਾ ਦੇ ਕਰਾਏ, ਉਹ ਬ੍ਰਾਹਮਣ ਸੁਣ ਕੇ ਹੈਰਾਨ ਸੀ ਕਿ ਅੱਜ ਤੱਕ ਐਸੇ ਅਰਥ ਮੈਂ ਕਿਸੇ ਵੀ ਗ੍ਰੰਥ ਵਿੱਚ ਨਹੀਂ ਪੜ੍ਹੇ। ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਚਰਨੀ ਡਿੱਗਿਆ, ਹੰਕਾਰ ਦੂਰ ਹੋਇਆ। ਸਤਿਗੁਰੂ ਮਹਾਰਾਜ ਜਿਸ ਵੇਲੇ ਦਿੱਲੀ ਪਹੁੰਚਦੇ ਨੇ ਤੇ ਦਿੱਲੀ ਦੀ ਧਰਤੀ ਦੇ ਉੱਤੇ ਰਾਣੀ ਜਿਹੜੀ ਸੀ ਰਾਜਾ ਜੈ ਸਿੰਘ ਦੀ ਰਾਣੀ, ਉਹ ਗੋਲੀਆਂ ਵਾਲੇ ਵਸਤਰ ਪਾ ਕਰਕੇ ਗੋਲੀਆਂ ਦੇ ਵਿੱਚ ਬੈਠ ਗਈ। ਗੋਲੀ ਇੱਕ ਨੂੰ ਰਾਣੀਆਂ ਵਾਲੇ ਕੱਪੜੇ ਪਵਾ ਦਿੱਤੇ। ਹੁਣ ਇਹ ਪ੍ਰੀਖਿਆ ਕਰ ਲੱਗੀ ਕਿ ਜੇ ਸੱਚੀ ਮੁੱਚੀ ਇਹ ਗੁਰੂ ਨੇ, ਫਿਰ ਇਹ ਜਾਣ ਲੈਣਗੇ ਕਿ ਅਸਲ ਦੇ ਵਿੱਚ ਰਾਣੀ ਕਿਹੜੀ ਹੈ। ਗੁਰੂ ਹਰਕ੍ਰਿਸ਼ਨ ਮਹਾਰਾਜ ਉਹਨਾਂ ਬੈਠੀਆਂ ਹੋਈਆਂ ਗੋਲੀਆਂ ਦੇ ਹਰ ਇੱਕ ਦੇ ਸੀਸ ਤੇ ਆਪਣੀ ਛੜੀ ਰੱਖ ਕੇ ਆਖਦੇ ਨੇ, ਕਹਿੰਦੇ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਪਰ ਜਦੋਂ ਰਾਣੀ ਦੇ ਸਿਰ ਦੇ ਉੱਪਰ ਉਹ ਛੜੀ ਰੱਖੀ, ਮਹਾਰਾਜ ਕਹਿੰਦੇ ਨੇ ਇਹ ਰਾਣੀ ਹੈ। ਚਰਨਾਂ ਦੇ ਵਿੱਚ ਡਿੱਗੀ ਤੇ ਸਤਿਗੁਰੂ ਮਹਾਰਾਜ ਨੇ ਕਿਹਾ, ਕਹਿਣ ਲੱਗੇ ਰਾਣੀ ਤੂੰ ਸਾਡੀ ਪ੍ਰੀਖਿਆ ਲਈ, ਅਸੀਂ ਤਾਂ ਪ੍ਰੀਖਿਆ ਦੇ ਵਿੱਚੋਂ ਨਿਕਲ ਗਏ, ਜਿੱਦਣ ਗੁਰੂ ਪ੍ਰੀਖਿਆ ਲੈਣ ਤੇ ਆਵੇ ਫਿਰ ਨਿਕਲਿਆ ਵੀ ਨਹੀਂ ਜਾਣਾ। ਇਹ ਤੇ ਗੁਰੂ ਦੇ ਚਰਨਾਂ 'ਚ ਅਰਦਾਸ ਹੁੰਦੀ ਹੈ ਕਿ ਲੇਖੇ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੇ ਵਿੱਚ ਜਿਸ ਵੇਲੇ ਟਿਕਾਣਾ ਕੀਤਾ, ਚੇਚਕ ਦੀ ਬਿਮਾਰੀ ਫੈਲੀ। ਮਹਾਰਾਜ ਜੀ ਨੇ ਉੱਥੇ ਰੋਗੀਆਂ ਦਾ ਇਲਾਜ ਕੀਤਾ। ਸਤਿਗੁਰੂ ਮਹਾਰਾਜ ਜੀ ਦੇ ਚਰਨ ਧੋ ਕੇ ਸਤਿਗੁਰੂ ਮਹਾਰਾਜ ਜੀ ਦੇ ਉਹ ਚਰਨਾਂ ਦਾ ਜਲ ਜਿਹੜਾ ਸੀ ਉਹਨਾਂ ਰੋਗੀਆਂ ਨੂੰ ਪਿਲਾਇਆ, ਉਹਨਾਂ ਦਾ ਰੋਗ ਠੀਕ ਹੋਣਾ ਸ਼ੁਰੂ ਹੋਇਆ। ਇਸ ਚੇਚਕ ਦੀ ਬਿਮਾਰੀ ਦਾ ਹਮਲਾ, ਇਸ ਮਹਾਂਮਾਰੀ ਦਾ ਹਮਲਾ ਸਤਿਗੁਰੂ ਮਹਾਰਾਜ ਜੀ ਦੇ ਸਰੀਰ 'ਤੇ ਵੀ ਹੋਇਆ। ਮਹਾਰਾਜ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ 1664 ਈਸਵੀ ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਇਤਿਹਾਸ ਕਹਿੰਦਾ ਹੈ ਕਿ ਮਹਾਰਾਜ ਕਰੀਬਨ 5 ਦਿਨ ਸਤਿਗੁਰੂ ਮਹਾਰਾਜ ਦੀ ਜਿਹੜੀ ਸੀ ਉਹ ਬਸੁਰਤੀ ਬੇਹੋਸ਼ੀ ਦੇ ਵਿੱਚ ਰਹੇ।
5 ਦਿਨਾਂ ਤੋਂ ਬਾਅਦ ਵਿੱਚ ਜਦੋਂ ਸੁਰਤ ਦੇ ਵਿੱਚ ਆਏ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਸੰਗਤ ਨੇ ਪੁੱਛਿਆ, ਮਹਾਰਾਜ ਇਵੇਂ ਲੱਗਦਾ ਹੈ ਕਿ ਆਪ ਜੀ ਸਰੀਰ ਤਿਆਗਣ ਵਾਲੇ ਪਾਸੇ ਚੱਲੇ ਹੋ। ਸਤਿਗੁਰੂ ਮਹਾਰਾਜ ਜੀ ਸਾਡਾ ਕੀ ਹੋਵੇਗਾ? ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਉਸ ਵੇਲੇ ਭਾਈ ਦੁਰਗਾ ਦਾਸ ਨੂੰ ਕਿਹਾ, ਦਰਗਾਹ ਮੱਲ ਨੂੰ ਕਿਹਾ, ਕਹਿਣ ਲੱਗੇ ਕਿ ਗੁਰਿਆਈ ਦੀ ਰਸਤ ਲੈ ਕੇ ਆਂਦੀ ਜਾਵੇ। ਉੱਥੇ ਥਾਲੀ ਦੇ ਵਿੱਚ ਨਾਰੀਅਲ 5 ਪੈਸੇ ਲੈ ਕੇ ਆਂਦੇ। ਸਤਿਗੁਰੂ ਮਹਾਰਾਜ ਨੇ ਆਪਣੇ ਸੱਜੇ ਹੱਥ ਨਾਲ ਤਿਲਕ ਦਿੱਤਾ। ਮਹਾਰਾਜ ਨੇ ਹੱਥ ਘੁਮਾ ਕਰਕੇ ਉਸ ਦੀ ਪਰਿਕਰਮਾ ਕੀਤੀ, ਕਿਉਂਕਿ ਸਰੀਰ ਉੱਠਣ ਦੇ ਯੋਗ ਨਹੀਂ ਸੀ। ਸਤਿਗੁਰੂ ਮਹਾਰਾਜ ਜੀ ਨੇ ਨਮਸਕਾਰ ਕਰ ਦਿੱਤੀ ਔਰ ਇਹ ਬਚਨ ਕਹੇ ਸੀ, ਨਾਮ ਲੈ ਕੇ ਨਹੀਂ ਕਿਹਾ, ਇਤਨੇ ਬਚਨ ਕਹੇ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸਮਾਲੇ। ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਿਹਾ ਸੀ ਕਿ ਬਾਬਾ ਬਕਾਲੇ, ਕਿ ਬਕਾਲੇ ਦੇ ਵਿੱਚ ਸਾਡਾ ਬਾਬਾ ਹੈ, ਉਹਦੇ ਅੰਦਰ ਅੱਜ ਤੋਂ ਬਾਅਦ ਜੋਤ ਟਿਕੇਗੀ। ਸੰਗਤ ਨੇ ਕੇਵਲ ਇਸ਼ਾਰਾ ਪ੍ਰਾਪਤ ਹੋਇਆ। ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ 1664 ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ ਔਰ ਇੱਧਰ ਜਿਹੜਾ ਸੀ ਪੰਜਾਬ ਦੀ ਧਰਤੀ ਤੇ ਦਿੱਲੀ ਦੀ ਧਰਤੀ ਤੇ ਗੁਰੂ ਸਾਹਿਬ ਜੋਤੀ ਜੋਤ ਸਮਾਉਂਦੇ ਨੇ। ਤੇ ਪੰਜਾਬ ਦੇ ਵਿੱਚ ਧੀਰ ਮੱਲੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ। ਧੀਰ ਮੱਲ ਜਿਹੜਾ ਸੀ ਉਹ ਵੀ ਆਪਣੀ ਮੰਜੀ ਡਾਹ ਕਰਕੇ ਗੁਰੂ ਬਣ ਦਾ ਦਾਅਵਾ ਕਰਨ ਲੱਗ ਪਿਆ, ਕਿਉਂਕਿ ਉਸ ਵੇਲੇ ਜਿਹੜੀ ਪਹਿਲੀ ਬੀੜ ਲਿਖੀ ਗਈ ਭਾਈ ਗੁਰਦਾਸ ਜੀ ਨੇ ਲਿਖੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਲਿਖਾਈ, ਰਾਮਸਰ ਦੇ ਅਸਥਾਨ ਤੇ ਇਹ ਸੰਪਾਦਨਾ ਹੋਈ। ਉਹ ਬੀੜ ਜਿਹੜੀ ਸੀ ਧੀਰ ਮੱਲ ਦੇ ਕੋਲ ਹੈ। ਅੱਜ ਵੀ ਤੁਸੀਂ ਕਿਤੇ ਕਰਤਾਰਪੁਰ ਦੀ ਧਰਤੀ ਤੇ ਜਾਓ ਤੇ ਅੱਜ ਵੀ ਇਹ ਬੀੜ ਜਿਹੜੀ ਹੈ ਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਈ, ਪਹਿਲੀ ਬੀੜ, ਜਿਹਨੂੰ ਸਤਿਗੁਰੂ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਅੱਜ ਵੀ ਇਹ ਬੀੜ ਧੀਰ ਮੱਲੀਆਂ ਦੇ ਕੋਲ ਹੈ। ਸਤਿਗੁਰੂ ਮਹਾਰਾਜ ਜੀ ਦਾ ਇਸ਼ਾਰਾ ਸੀ ਕਿ ਬਾਬਾ ਬਕਾਲੇ ਦੇ ਵਿੱਚ ਹੈ, ਅਗਲੀ ਜੋਤ ਬਕਾਲੇ ਦੇ ਵਿੱਚ। ਤੇ ਇਹਨੇ ਦਾਅਵਾ ਕੀਤਾ ਕਿ ਦੇਖੋ ਗ੍ਰੰਥ ਮੇਰੇ ਕੋਲ ਹੈ ਤੇ ਗ੍ਰੰਥ ਜਿੰਦੇ ਕੋਲ ਹੋਵੇ ਗੁਰੂ ਉਹੀ ਹੁੰਦਾ ਹੈ। ਨਾਲੇ ਮੈਂ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਆ, ਸਾਡਾ ਬਾਬਾ ਜਿਹੜਾ ਹੈ ਉਹ ਇੱਕੋ ਹੀ ਹੈ, ਕਿਉਂਕਿ ਇਹ ਬਾਬਾ ਗੁਰਦਿੱਤਾ ਜੀ ਦਾ ਸਪੁੱਤਰ ਆ ਤੇ ਰਿਸ਼ਤੇ ਦੇ ਵਿੱਚ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਇਹ ਤਾਇਆ ਲੱਗਦਾ ਹੈ। ਪਰ ਇਹਨੇ ਦਾਅਵਾ ਕਰਨਾ ਕੀਤਾ, ਕਹਿਣ ਲੱਗਾ ਨਹੀਂ ਇਹ ਸਾਡੇ ਘਰ ਦੇ ਵਿੱਚ ਹੈ। ਪਰ ਬਾਬੇ ਦੇ ਅਰਥ ਹੁੰਦੇ ਨੇ ਦਾਦਾ, ਤੇ ਦਾਦਾ ਜਿਹੜਾ ਸੀ ਉਹ ਗੁਰੂ ਤੇਗ ਬਹਾਦਰ ਮਹਾਰਾਜ ਲੱਗਦੇ ਸੀ। ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਸਾਰਿਆਂ ਤੋਂ ਛੋਟੇ ਭਰਾ ਨੇ। ਹੁਣ ਇਹਨੇ ਇਸ ਗੱਲ ਦਾ ਫਾਇਦਾ ਉਠਾਉਣਾ ਸ਼ੁਰੂ ਕੀਤਾ, ਮਸੰਦ ਰੱਖੇ, ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰ ਦਿੱਤਾ ਕਿ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਮੈਨੂੰ ਦੇ ਦਿੱਤੀ ਹੈ। ਸੰਗਤ ਚਲੋ ਉਹਨਾਂ ਕੋਲ ਗਈ ਵੀ। ਇਤਿਹਾਸ ਕਹਿੰਦਾ ਹੈ ਕਿ 22 ਮੰਜੀਆਂ ਜਿਹੜੀਆਂ ਸੀ ਉੱਥੇ ਸਥਾਪਿਤ ਕਰ ਦਿੱਤੀਆਂ ਗਈਆਂ। 22 ਵੱਖ-ਵੱਖ ਜਿਹੜੇ ਸਨ ਉਹ ਗੁਰੂ ਬਣ ਕੇ ਉੱਥੇ ਬੈਠ ਗਏ। ਸਾਰਿਆਂ ਨੇ ਆਪਣੇ ਆਪਣੇ ਅੱਗੇ ਬੰਦੇ ਰੱਖ ਲਏ ਕਿ ਜਿਹੜੇ ਆਈ ਸੰਗਤ ਨੂੰ ਘੇਰ ਕੇ ਖੜਨਾ, ਕਹਿਣਾ ਜੀ ਦੇਖੋ ਜੀ ਆ ਸਾਡੇ ਵਾਲਾ ਅਸਲ ਦੇ ਵਿੱਚ ਗੁਰੂ ਹੈ, ਆ ਸਾਡੇ ਵਾਲੇ ਕੋਲ ਗੁਰੂ ਨਾਨਕ ਦੀ ਜੋਤ ਟਿੱਕੀ ਹੈ, ਇਹ ਸਾਡੇ ਵਾਲੇ ਗੁਰੂ ਦੇ ਕੋਲ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਗੁਰਤਾ ਗੱਦੀ ਸੌਂਪੀ। ਹੁਣ ਸੰਗਤ ਜਿਹੜੀ ਸੀ, ਹੁਣ ਮਾਰਚ ਤਾਂ ਜਿਹੜਾ ਅਪ੍ਰੈਲ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਗੁਰਤਾ ਗੱਦੀ ਜਿਹੜੀ ਹੈ ਬਖਸ਼ਿਸ਼ ਕਰਦੇ ਆ, ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਬਖਸ਼ਿਸ਼ ਕਰਨ ਤੋਂ ਬਾਅਦ ਤਕਰੀਬਨ 4 ਮਹੀਨੇ ਤੋਂ ਉੱਪਰ ਦਾ ਸਮਾਂ ਹੈ ਜਦੋਂ ਸਤਿਗੁਰੂ ਮਹਾਰਾਜ ਜੀ ਪ੍ਰਗਟ ਹੁੰਦੇ ਨੇ। ਇਹਨਾਂ 4 ਮਹੀਨਿਆਂ ਦੇ ਵਿੱਚ ਸੰਗਤ ਜਿਹੜੀ ਸੀ ਗਈ ਤਾਂ ਜ਼ਰੂਰ ਉਹਨਾਂ 22 ਮੰਜੀਆਂ ਦੇ ਕੋਲ, ਪਰ ਅੱਜ ਵੀ ਜਿਵੇਂ ਅਸੀਂ ਭਟਕ ਜਾਂਦੇ ਆ ਨਾ, ਅੱਜ ਵੀ ਅਸੀਂ ਸੱਚੇ ਗੁਰੂ ਨੂੰ ਛੱਡ ਕੇ ਹੋਰ ਦੇਹਧਾਰੀਆਂ ਦੇ ਕੋਲ, ਹੋਰ ਪਖੰਡੀਆਂ ਦੇ ਕੋਲ ਚਲੇ ਜਾਂਦੇ ਆ ਤੇ ਅਸੀਂ ਸੋਚਦੇ ਹਾਂ ਕਿ ਸ਼ਾਇਦ ਸਾਡੀ ਭਾਵਨਾ ਉੱਥੇ ਜਾ ਕੇ ਪੂਰੀ ਹੋ ਜਾਏਗੀ, ਉੱਥੇ ਜਾ ਕੇ ਸਾਨੂੰ ਕੋਈ ਪ੍ਰਾਪਤੀ ਹੋ ਜਾਏਗੀ, ਮਨ ਨੂੰ ਸ਼ਾਂਤੀ ਮਿਲ ਜਾਏਗੀ। ਇੱਕ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਗੁਰ ਇਤਿਹਾਸ ਲਿਖਿਆ ਹੈ, ਗੁਰ ਇਤਿਹਾਸ ਲਿਖਦਿਆਂ ਹੋਇਆਂ ਉਹਨਾਂ ਨੇ ਇੱਕ ਦੋਹਰਾ ਲਿਖਿਆ, ਕਹਿਣ ਲੱਗੇ ਜਿੱਤੋ ਫਲ ਹੋਤ ਕੋਟ ਤੀਰਥ ਪਰਸ ਕੀਏ। ਕੋਟ ਤੀਰਥ ਤੋਂ ਭਾਵ ਹੈ ਕਿ 33 ਕਰੋੜ ਜਿਵੇਂ ਦੇਵੀ ਦੇਵਤਾ ਹੈ ਨਾ, ਤੇ ਉਵੇਂ ਹੀ ਉਹਨਾਂ ਦੇ ਤੀਰਥ ਸਥਾਨ ਵੱਖੋ ਵੱਖਰੇ ਬਣੇ ਹੋਏ ਨੇ। ਕਹਿੰਦਾ ਇਹ ਕਵੀ ਸੰਤੋਖ ਸਿੰਘ ਜੀ ਇਹ ਗੱਲ ਆਖਦੇ ਨੇ ਕਿ ਜਿਵੇਂ ਕੋਈ ਕਰੋੜਾਂ ਤੀਰਥਾਂ ਤੇ ਚਲੇ ਜਾਏ ਤੇ ਸੋਚੇ ਕਿ ਮੇਰੇ ਮਨ ਦੀ ਕੋਈ ਇੱਛਾ ਪੂਰੀ ਹੋ ਜਾਏਗੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਪੂਰੀ ਨਾ ਹੀ ਹੋਵੇ। ਜਿਤੋ ਫਲ ਹੋਤ ਕੋਟ ਤੀਰਥ ਪਰਸ ਕੀਏ, ਤਿਤੋ ਫਲ ਹੋਤ ਗੁਰੂ ਗ੍ਰੰਥ ਸ਼ਰਨ ਆਏ ਕੇ। ਪਰ ਕਹਿੰਦਾ ਮੈਨੂੰ ਇੰਨਾ ਯਕੀਨ ਆ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਕਿ ਜੇਕਰ ਤੂੰ ਗੁਰੂ ਗ੍ਰੰਥ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਮਨ ਟਿਕਾ ਕਰਕੇ ਭਰੋਸਾ ਯਕੀਨ ਰੱਖ,
ਇਹ ਨਾ ਸੋਚ ਕੇ ਸ਼ਾਇਦ ਇਹ ਕਾਗਜ਼ ਹੈ, ਇਹ ਪੋਥੀ, ਇਹ ਕੇਵਲ ਰੁਮਾਲਿਆਂ ਦੇ ਨਾਲ ਟਕਿਆ ਹੋਇਆ ਗ੍ਰੰਥ ਆ। ਯਕੀਨ ਰੱਖ ਕੇ ਅਰਦਾਸ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਕਰ, ਤੇ ਸਤਿਗੁਰੂ ਮਹਾਰਾਜ ਤੇਰੀ ਅਰਦਾਸ, ਤੇਰੀ ਇੱਛਾ ਹਰ ਇੱਕ ਭਾਵਨਾ ਪੂਰੀ ਕਰ ਦੇਣਗੇ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਤੇਰੇ ਘਰ ਦੇ ਵਿੱਚ ਹਰ ਇੱਕ ਦਾਤ ਏ। ਇਹ ਆ ਕਿ ਕਮੀ ਇੱਥੇ ਰਹਿ ਜਾਂਦੀ, ਨਾ ਤੇ ਸਾਡਾ ਭਰੋਸਾ ਪੂਰਾ ਬਣਦਾ ਹੈ, ਨਾ ਸਾਨੂੰ ਕਈ ਵਾਰੀ ਮੰਗਣ ਦੀ ਜਾਚ ਆਉਂਦੀ ਹੈ। ਮੰਗਦੇ ਅਸੀਂ ਗੁਰੂ ਕੋਲ ਆ, ਫਿਰ ਅਸੀਂ ਮਨ ਦੇ ਵਿੱਚ ਕਹਿ ਲੈਂਦੇ ਹਾਂ ਕਿ ਸ਼ਾਇਦ ਪਤਾ ਨਹੀਂ ਗੁਰੂ ਕਰੇਗਾ ਕਿ ਨਹੀਂ ਕਰੇਗਾ, ਆ ਮਿਲੇਗਾ ਕਿ ਨਹੀਂ ਮਿਲੇਗਾ। ਯਕੀਨ ਭਰੋਸਾ ਰੱਖ ਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਤੋਂ ਫਲ ਹੋਤ ਕੋਟ ਤੀਰਥ ਪਰਸ ਕੀਏ, ਤਿਤੋਂ ਫਲ ਹੋਤ ਗੁਰੂ ਗ੍ਰੰਥ ਸ਼ਰਨ ਆਏ। ਕਿ ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਮਹਾਰਾਜ ਕਹਿੰਦੇ ਨੇ ਹਰ ਦਾਤ ਪ੍ਰਾਪਤ ਹੋ ਜਾਂਦੀ ਹੈ। ਇੱਥੇ ਤਾਂ ਐਸੀ ਕਿਰਪਾ ਹੁੰਦੀ ਹੈ। ਇਤਿਹਾਸ ਦੇ ਵਿੱਚ ਕਈ ਐਸੀਆਂ ਉਦਾਹਰਨਾਂ ਨੇ। ਬਾਬਾ ਆਦਮ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ, ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਆਏ ਸੀ। ਬਜ਼ੁਰਗ ਜੀ ਅਵਸਥਾ ਹੋ ਗਈ, ਦਾੜਾ ਚਿੱਟਾ ਹੋ ਗਿਆ, ਬੜੇ ਪਹਿਲੋਂ ਕਰਮਕਾਂਡ ਕਰਕੇ ਵੇਖੇ, ਘਰ 'ਚ ਔਲਾਦ ਕੋਈ ਨਹੀਂ ਸੀ। ਪਰ ਜਿੱਦਣ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਤੇ ਸਤਿਗੁਰੂ ਮਹਾਰਾਜ ਜੀ ਦੇ ਘਰ ਦੇ ਵਿੱਚ ਲੰਗਰ ਦੀ ਸੇਵਾ ਕੀਤੀ। ਲੱਕੜਾਂ ਲਿਆਉਣੀਆਂ ਲੰਗਰ ਦੇ ਵਾਸਤੇ, ਤੇ ਜਿੰਨੀਆਂ ਲੱਕੜਾਂ ਦੀ ਲੋੜ ਹੋਣੀ ਉਨੀਆਂ ਨਾਲ ਹੋਰ ਲਿਆ ਕੇ ਇਕੱਠੀਆਂ ਕਰ ਲੈਣੀਆਂ, ਦੂਰੀਆਂ ਲੈ ਕੇ ਆ ਜਾਣੀਆਂ, 2-2 ਪੰਡਾਂ ਲੈ ਕੇ ਆ ਜਾਣੀਆਂ। ਤੇ ਇੱਕ ਦਿਨ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਗੋਇੰਦਵਾਲ ਤੋਂ ਵਾਪਸ ਆਉਂਦੇ ਆ, ਤੇ ਮੀਂਹ ਬੜਾ ਪਿਆ, ਠੰਡ ਦੇ ਦਿਨ, ਸੰਗਤ ਦੇ ਕੱਪੜੇ ਭਿੱਜ ਚੁੱਕੇ ਸੀ। ਸੰਗਤ ਨੇ ਆਪੋ ਆਪਣੇ ਤੰਬੂ ਲਾਏ, ਪਰ ਕੱਪੜੇ ਗਿੱਲੇ ਤੇ ਰਾਤ ਕਿਵੇਂ ਕੱਟਣ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਕਿ ਇਹਨਾਂ ਦੀ ਠੰਡ ਦੂਰ ਹੋ ਸਕੇ ਕੋਈ ਲੱਕੜਾਂ ਬਾਲਣ ਦਾ ਪ੍ਰਬੰਧ ਕਰੋ। ਬਾਬਾ ਆਦਮ ਜੀ ਨੇ ਸੁਣਿਆ, ਜਿੰਨੀਆਂ ਲੱਕੜਾਂ ਇਕੱਠੀਆਂ ਕਰਕੇ 6 ਮਹੀਨਿਆਂ ਤੋਂ ਰੱਖੀਆਂ ਸੀ, ਉਹ ਚੁੱਕ ਕੇ ਲਿਆ ਕਰਕੇ ਜਿੱਥੇ ਜਿੱਥੇ ਸੰਗਤ ਦੇ ਤੰਬੂ ਸੀ ਸਾਰਿਆਂ ਦੇ ਬਾਹਰ ਰੱਖ ਦਿੱਤੀਆਂ। ਰਾਤ ਨੂੰ ਜਦੋਂ ਅੱਗ ਬਲਦੀ ਦੇਖੀ, ਇਵੇਂ ਲੱਗਿਆ ਕਿ ਜਿਵੇਂ ਰਾਤ ਨੂੰ ਦਿਨ ਚੜ੍ਹਿਆ ਹੋਵੇ। ਗੁਰੂ ਰਾਮਦਾਸ ਮਹਾਰਾਜ ਬੜੇ ਖੁਸ਼ ਹੋਏ। ਮਹਾਰਾਜ ਨੇ ਕਿਹਾ ਕਿ ਜਿਨ੍ਹਾਂ ਸਿੱਖਾਂ ਨੇ ਸੇਵਾ ਸਾਰੀ ਕੀਤੀ ਹੈ ਨਾ, ਉਹਨਾਂ ਸਾਰਿਆਂ ਨੂੰ ਬੁਲਾਓ, ਸਵੇਰੇ ਉਹਨਾਂ ਨੂੰ ਬਖਸ਼ਿਸ਼ ਕਰਨੀ ਆ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਬਹੁਤਿਆਂ ਨੇ ਸੇਵਾ ਨਹੀਂ ਕੀਤੀ, ਕੇਵਲ ਇੱਕ ਹੀ ਸਿੱਖ ਨੇ ਸਾਰੀ ਸੇਵਾ ਕਮਾਈ ਹੈ। ਸਤਿਗੁਰੂ ਮਹਾਰਾਜ ਜੀ ਨੇ ਸਵੇਰੇ ਦਰਬਾਰ ਦੇ ਵਿੱਚ ਬੁਲਾਇਆ। ਮਹਾਰਾਜ ਨੇ ਕਿਹਾ ਕਿ ਬਾਬਾ ਆਦਮ, ਤੇਰੀ ਸੇਵਾ ਬਾਬੇ ਨਾਨਕ ਦੇ ਘਰ ਦੇ ਵਿੱਚ ਸਫਲ ਹੋ ਗਈ ਏ, ਦੱਸ ਤੈਨੂੰ ਚਾਹੀਦਾ ਕੀ ਹੈ। ਅੱਜ ਤੈਨੂੰ ਅਸੀਂ ਜੋ ਤੂੰ ਕਹੇਂਗਾ ਉਹ ਦੇਵਾਂਗੇ। ਕਹਿਣ ਲੱਗਾ, ਨਹੀਂ ਮਹਾਰਾਜ, ਤੁਹਾਡੀ ਖੁਸ਼ੀ ਚਾਹੀਦੀ ਹੈ, ਤੁਹਾਡੀ ਕਿਰਪਾ ਚਾਹੀਦੀ। ਮੰਗਿਆ ਨਹੀਂ, ਹਾਲਾਂਕਿ ਪੁੱਤਰ ਦੀ ਦਾਤ ਮੰਗਣਾ ਚਾਹੁੰਦਾ ਸੀ। ਘਰਵਾਲੀ ਨੂੰ ਪਤਾ ਲੱਗਿਆ, ਘਰੇ ਗਿਆ। ਘਰਵਾਲੀ ਕਹਿੰਦੀ, ਅੱਜ ਤੁਸੀਂ ਕਿਹਾ ਕਿਉਂ ਨਹੀਂ ਕਿ ਸਤਿਗੁਰੂ ਖੁਸ਼ ਸੀ, ਕਹਿਣਾ ਸੀ ਸਾਨੂੰ ਔਲਾਦ ਚਾਹੀਦੀ ਹੈ। ਘਰਵਾਲੀ ਨੂੰ ਬਚਨ ਕਹਿਣ ਲੱਗਾ, ਭਾਗਵਾਨੇ, ਮੈਂ ਕਹਿਣਾ ਤੇ ਚਾਹੁੰਦਾ ਸੀ, ਮੈਨੂੰ ਦਾੜਾ ਵੇਖ ਕੇ ਸ਼ਰਮ ਆ ਗਈ ਕਿ ਚਿੱਟਾ ਹੋ ਚੁੱਕਿਆ ਹੈ। ਲੋਕ ਦੇਖ ਕੇ ਕੀ ਕਹਿਣਗੇ ਕਿ ਅਜੇ ਵੀ ਵਾਸਨਾ ਲਈ ਫਿਰਦਾ ਹੈ। ਅਗਲੇ ਦਿਨ ਸਤਿਗੁਰੂ ਮਹਾਰਾਜ ਨੇ ਸੱਦਿਆ, ਕਿਹਾ ਪਰਿਵਾਰ ਲੈ ਕੇ ਆਇਓ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੁੱਛਿਆ, ਤੇ ਮਹਾਰਾਜ ਦੇ ਪੁੱਛਣ ਤੇ ਵੀ ਕਹਿੰਦਾ, ਮਹਾਰਾਜ ਕੁਝ ਨਹੀਂ ਚਾਹੀਦਾ। ਘਰਵਾਲੀ ਕੋਲੋਂ ਬੋਲ ਪਈ, ਕਹਿੰਦੀ ਮਹਾਰਾਜ ਇਹਨਾਂ ਨੂੰ ਤੇ ਸ਼ਰਮ ਮਾਰਦੀ ਏ, ਪਰ ਮੈਨੂੰ ਲੋਕਾਂ ਦੇ ਤਾਨੇ ਮਾਰਦੇ ਨੇ, ਮੈਨੂੰ ਪੁੱਤਰ ਦੀ ਦਾਤ ਚਾਹੀਦੀ। ਸਤਿਗੁਰੂ ਮਹਾਰਾਜ ਘਰ 'ਚ ਔਲਾਦ ਕੋਈ ਨਹੀਂ। ਗੁਰੂ ਰਾਮਦਾਸ ਮਹਾਰਾਜ ਜੀ ਨੇ ਨੇਤਰ ਬੰਦ ਕੀਤੇ। ਕੁਝ ਸਮੇਂ ਬਾਅਦ ਸਤਿਗੁਰੂ ਮਹਾਰਾਜ ਜੀ ਨੇ ਨੇਤਰ ਖੋਲ੍ਹੇ। ਮਹਾਰਾਜ ਨੇ ਕਿਹਾ, ਬਾਬਾ ਆਦਮ, ਤੇਰੇ ਘਰ 'ਚ ਸੱਚੀ ਮੁੱਚੀ ਔਲਾਦ ਨਹੀਂ ਸੀ ਲਿਖੀ, ਤੇਰੇ ਕਰਮਾਂ 'ਚ ਔਲਾਦ ਨਹੀਂ ਸੀ, ਪਰ ਅਸੀਂ ਤੈਨੂੰ ਕਹਿ ਚੁੱਕੇ ਹਾਂ ਕਿ ਜੋ ਤੂੰ ਮੰਗੇਗਾ ਉਹ ਦੇਵਾਂਗੇ। ਸਾਡੇ ਘਰ ਦੇ ਵਿੱਚ 4 ਸਪੁੱਤਰ ਹੋਣੇ ਸੀ, 3 ਹੋਏ ਨੇ, ਪ੍ਰਿਥੀ ਚੰਦ, ਮਹਾਂਦੇਵ, ਅਰਜਨ ਦੇਵ। ਚੌਥਾ ਪੁੱਤਰ ਅੱਜ ਤੋਂ ਤੁਹਾਡੇ ਘਰ ਨੂੰ ਹੋਵੇਗਾ। ਤੁਹਾਡੇ ਘਰ 'ਚ ਮੇਰੇ ਪੁੱਤਰ ਨੇ ਜਨਮ ਲੈਣਾ, ਉਹਦਾ ਨਾਮ ਭਗਤੂ ਰੱਖਿਓ। ਬਾਬੇ ਆਦਮ ਨੂੰ ਜਿਹੜੇ ਕਰਮਾਂ 'ਚ ਨਹੀਂ ਲਿਖਿਆ ਉਹ ਵੀ ਦੇ ਦਿੱਤਾ, ਪਰ ਜਦੋਂ ਅਸੀਂ ਦੰਭੀਆਂ ਪਖੰਡੀਆਂ ਦੇ ਜਾ ਕੇ ਕਹਿੰਦੇ ਸ਼ਾਇਦ ਮਨ ਨੂੰ ਕੋਈ ਸ਼ਾਂਤੀ ਮਿਲ ਜੇ, ਉੱਥੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਉੱਥੇ ਹੋਰ ਭਟਕਣਾ ਮਿਲਦੀ ਹੈ। ਉਹੀ ਹਾਲ ਉਸ ਸਮੇਂ ਦਾ ਸੀ। 22 ਮੰਜੀਆਂ ਤੇ ਜ਼ਰੂਰ ਡੱਠੀਆਂ। ਉਹਨਾਂ 22 ਮੰਜੀਆਂ ਦੇ ਕੋਲ ਲੋਕ ਗਏ ਵੀ, ਪਰ ਮਨ ਦੀ ਸ਼ਾਂਤੀ ਜਿਹੜੀ ਸੀ ਉੱਥੇ ਵੀ ਪ੍ਰਾਪਤ ਨਹੀਂ ਹੋਈ। ਉਹਨਾਂ ਨੇ ਲੁੱਟਿਆ ਜ਼ਰੂਰ, ਉਹਨਾਂ ਨੇ ਪੈਸਾ ਜ਼ਰੂਰ ਇਕੱਠਾ ਕੀਤਾ, ਉਹਨਾਂ ਨੇ ਆਪਣੇ ਘਰ ਜ਼ਰੂਰ ਭਰੇ, ਪਰ ਜਿਹੜੇ ਮਨ ਦੇ ਕਰਕੇ, ਸ਼ਾਂਤੀ ਦੇ ਕਰਕੇ, ਆਸਾਂ ਲੈ ਕਰਕੇ ਗਏ, ਉਹ ਸਾਰੇ ਹੀ ਉੱਥੇ ਨਿਰਾਸ਼ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ
ਤੇਗ ਬਹਾਦਰ ਮਹਾਰਾਜ ਉਹ ਬਿਲਕੁਲ ਆਪ ਚੁੱਪ ਕੀਤੇ ਨੇ, ਉਹਨਾਂ ਕੋਈ ਦਾਵਾ ਨਹੀਂ ਕੀਤਾ। ਹਾਲਾਂਕਿ ਮਾਤਾ ਨਾਨਕੀ ਜੀ ਇਤਿਹਾਸ ਕਹਿੰਦਾ ਹੈ ਕਿ ਉਹਨਾਂ ਨੇ ਇਹ ਬਚਨ ਵੀ ਕਹਿ ਕੇ ਕਹਿਣ ਲੱਗੇ ਕਿ ਦੇਖੋ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਸੇ ਸਮੇਂ ਇਹ ਕਿਹਾ ਸੀ, ਜਿੱਦਣ ਦਾਤਾਂ ਦਿੱਤੀਆਂ ਉਹਨਾਂ ਨੇ ਕਟਾਰ, ਉਹਨਾਂ ਨੇ ਬਾਣੀ ਦੀ ਪੋਥੀ, ਉਹਨਾਂ ਨੇ ਰੁਮਾਲ ਦੇ ਕੇ ਆਖਿਆ ਸੀ ਕਿ ਤੁਹਾਡੇ ਘਰ 'ਚ ਗੁਰਤਾ ਆਵੇਗੀ, ਅੱਜ ਸਮਾਂ ਨਹੀਂ ਪਰ ਆਵੇਗੀ ਜ਼ਰੂਰ। ਤੇ ਦੂਸਰਾ ਗੁਰੂ ਹਰਕ੍ਰਿਸ਼ਨ ਮਹਾਰਾਜ ਅੱਜ ਇਹ ਬਚਨ ਕਹਿ ਕੇ ਗਏ ਆ ਕਿ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਦਾ ਸੰਭਾਲੇ, ਕਿ ਇਹ ਜੋਤ ਮੇਰੇ ਬਾਬੇ ਕੋਲ ਗਈ ਹੈ, ਭਾਵ ਕਿ ਦਾਦੇ ਕੋਲ ਗਈ ਹੈ ਗੁਰਤਾ। ਕਿਤੇ ਦਾਦਾ ਪੋਤਰੇ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਤਰ ਗੁਰੂ ਤੇਗ ਬਹਾਦਰ ਮੌਜੂਦ ਨੇ, ਪਰ ਪੋਤਰੇ ਗੁਰੂ ਹਰ ਰਾਏ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾਉਂਦੇ ਨੇ। ਅੱਜ ਗੁਰੂ ਹਰਕ੍ਰਿਸ਼ਨ ਮਹਾਰਾਜ ਫਿਰ ਆਪਣੇ ਦਾਦੇ ਨੂੰ ਜਿਹੜੀ ਹੈ ਉਹ ਗੁਰਤਾ ਬਖਸ਼ਿਸ਼ ਕਰਦੇ ਪਏ ਨੇ। ਮਾਤਾ ਨਾਨਕੀ ਜੀ ਨੇ ਕਿਹਾ, ਪਰ ਸਤਿਗੁਰੂ ਮਹਾਰਾਜ ਜੀ ਬਿਲਕੁਲ ਸ਼ਾਂਤ ਤੇ ਚੁੱਪ ਰਹੇ। ਇਹ ਇਤਿਹਾਸ ਜਿਹੜਾ ਹੈ ਉਸ ਵੇਲੇ ਆਖਦਾ ਹੈ ਕਿ ਮਾਤਾ ਨਾਨਕੀ ਜੀ ਨੇ ਭਾਈ ਗੜੀਆ ਅੰਮ੍ਰਿਤਸਰ ਦੇ ਮਸੰਦ ਸਨ, ਉਹਨਾਂ ਨੂੰ ਵੀ ਸੁਨੇਹਾ ਭੇਜਿਆ। ਭਾਈ ਸੂਰਜਮਲ ਦਾ ਪਰਿਵਾਰ, ਉਹਨਾਂ ਨੂੰ ਵੀ ਕੀਰਤਪੁਰ ਸਾਹਿਬ ਤੋਂ ਉਹਨਾਂ ਨੂੰ ਵੀ ਚਿੱਠੀ ਲਿਖਣਾ ਕੀਤੀ ਕਿ ਸੰਗਤ ਜਿਹੜੀ ਹੈ ਉਹ ਬੇਬਲ ਹੋ ਚੁੱਕੀ ਹੈ, ਸੰਗਤ ਜਿਹੜੀ ਹੈ ਉਦਾਸ ਹੋ ਚੁੱਕੀ ਹੈ, ਸੰਗਤ ਲੱਭਦੀ ਪਈ ਹੈ ਕਿ ਸੱਚਾ ਗੁਰੂ ਕਿੱਥੇ ਹੈ। ਇੱਥੇ ਤੇ ਝੂਠੇ ਗੁਰੂਆਂ ਨੇ 22 ਮੰਜੀਆਂ ਡਾ ਕੇ ਬੈਠ ਗਏ। ਹੁਣ ਸਾਡਾ ਕੌਣ ਹੋਵੇਗਾ ਜਿਹੜਾ ਸਾਨੂੰ ਸੱਚ ਦੇ ਮਾਰਗ ਤੇ ਤੋਰੇਗਾ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਚਨ ਹਨ ਕਿ ਜੇ ਸੋ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮਹਾਰਾਜ ਕਹਿੰਦੇ ਨੇ ਕਿ ਬਾਹਰ ਕਰੋੜਾਂ ਸੂਰਜ ਚੜੇ ਹੋਵਨ, ਕਰੋੜਾਂ ਚੰਦਰਮਾ ਚੜਾ ਦਈਏ, ਪਰ ਜੇਕਰ ਅੰਦਰ ਪਰਮਾਤਮਾ ਦਾ ਗਿਆਨ ਨਹੀਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਾਹਰਲਾ ਚਾਨਣ ਅੰਦਰ ਦੀ ਅਗਿਆਨਤਾ ਦੂਰ ਨਹੀਂ ਕਰਦਾ। ਅੰਦਰ ਦੀ ਅਗਿਆਨਤਾ ਜਿਹੜੀ ਹੈ ਉਹ ਸ਼ਬਦ ਕਰਕੇ ਦੂਰ ਹੁੰਦੀ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰੂ ਕਿਰਪਾ ਕਰੇ ਕਿ ਗੁਰੂ ਦਾ ਸ਼ਬਦ ਹਿਰਦੇ ਵਿੱਚ ਸਾਡੇ ਟਿਕੇ, ਅਸੀਂ ਬਾਣੀ ਦਾ ਓਟ ਆਸਰਾ ਲਈਏ ਤੇ ਬਾਣੀ ਤੇ ਚੱਲ ਕਰਕੇ ਹੀ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ। ਅਸੀਂ ਹਨੇਰੇ ਚੋਂ, ਭਰਮ ਦੇ ਵਿੱਚੋਂ ਤਾਂ ਨਿਕਲ ਸਕਦੇ ਹਾਂ ਜੇਕਰ ਬਾਣੀ ਦਾ ਉਪਦੇਸ਼ ਹਿਰਦੇ ਵਿੱਚ ਸਾਡੇ ਵਸੇਗਾ। ਬਾਣੀ ਹੀ ਜਿਹੜਾ ਹੈ ਉਹ ਨਿਰੰਕਾਰ ਤੱਕ ਲੈ ਕੇ ਜਾਂਦੀ ਹੈ। ਗੁਰੂ ਸ਼ਬਦ ਆ ਨਾ ਜਿਹੜਾ ਸਾਧ ਸੰਗਤ, ਇਹ ਗੁਰੂ ਦੇ ਅਰਥ ਵੀ ਇਹੀ ਹੁੰਦੇ ਨੇ ਕਿ ਜਿਹੜਾ ਹਨੇਰੇ ਵਿੱਚੋਂ ਕੱਢ ਕੇ ਤੇ ਪ੍ਰਕਾਸ਼ ਤੱਕ ਲੈ ਜਾਵੇ, ਜਿਹੜਾ ਅਗਿਆਨਤਾ ਤੋਂ ਕੱਢ ਕੇ ਚਾਨਣ ਤੱਕ ਲੈ ਜਾਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਗੁਰੂ ਸ਼ਬਦ ਇਸ ਕਰਕੇ ਵਰਤਿਆ, ਗੂ ਤੇ ਰੂ ਇਹ ਦੋ ਸ਼ਬਦ ਨੇ ਹਨੇਰੇ ਤੋਂ ਚਾਨਣ ਤੱਕ ਲੈ ਕੇ ਜਾਣ ਵਾਲਾ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸਤਿਗੁਰੂ ਮਹਾਰਾਜ ਕਹਿੰਦੇ ਬਿਲਕੁਲ ਇਹ ਗੱਲ ਪੱਕੀ ਹੈ ਕਿ ਗੁਰੂ ਤੋਂ ਬਗੈਰ ਪਾਰ ਨਹੀਂ ਲੰਘਿਆ ਜਾ ਸਕਦਾ, ਗੁਰੂ ਤੋਂ ਬਗੈਰ ਸੰਸਾਰ ਸਮੁੰਦਰ ਨਹੀਂ ਤਰਿਆ ਜਾ ਸਕਦਾ। ਇਹ ਗੁਰੂ ਹੀ ਹੈ ਜਿਹੜਾ ਭਵਜਲਾਂ ਦੇ ਵਿੱਚੋਂ ਕੱਢ ਦਿੰਦਾ ਹੈ। ਅਗਲੇ ਦੀਵਾਨ 'ਚ ਆਪਾਂ ਬਾਬਾ ਮੱਖਣ ਸ਼ਾਹ ਲੁਬਾਣੇ ਦੀ ਸਾਖੀ ਵੀ ਆਪਾਂ ਸਰਵਣ ਕਰਨੀ ਹੈ ਤੇ ਅਸੀਂ ਇਤਿਹਾਸ ਨੂੰ ਜਦੋਂ ਸਰਵਣ ਕਰਾਂਗੇ ਤੇ ਇਹ ਦੇਖਾਂਗੇ ਕਿ ਬਿਲਕੁਲ ਗੁਰੂ ਜਿਵੇਂ ਡੁੱਬਦੇ ਜਹਾਜ਼ ਤਾਰ ਦਿੰਦਾ ਹੈ, ਉਵੇਂ ਡੁੱਬਦੇ ਹੋਏ ਮਨਾਂ ਨੂੰ ਸਤਿਗੁਰੂ ਮਹਾਰਾਜ ਕੰਢੇ ਤੇ ਲਾ ਦਿੰਦਾ ਹੈ। ਗੁਰੂ ਕਿਰਪਾ ਕਰੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬਾਕੀ ਦੀਆਂ ਵਿਚਾਰਾਂ ਅਗਲੇ ਦੀਵਾਨ 'ਚ। ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ